ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਚੌਥਾ। ਘਰ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਭਗਤ ਭਰੇ ਭੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ। ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੈ ਜੀਓ। ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੇ ਸਦਾ ਸਦਾ ਸੰਭਾਲੀ। ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛੁਡਾਵੈ ਜੀਓ। ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਨ ਜਾਚੈ ਹਰ ਦੇਹੋ ਪਸਾਉ। ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੈ ਜੀਓ। ਨਵੇ ਸ਼ਦਰ ਸਰਵਹਿ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਜੇ ਹਰ ਸੋ ਪ੍ਰਸੰਨ ਹੋਵੈ ਮੇਰਾ ਸੁਆਮੀ ਹਰ ਸਿਮਰਤ ਮਲ ਲਹਿ ਜਾਵੈ ਜੀਓ। ਮਾਇਆ ਮੋਹ ਬਿਖਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ। ਸਤਿਗੁਰ ਬੋਹਿਥ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੈ ਜੀਓ। ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰ ਹੈ ਸੋਈ ਪ੍ਰਭ ਹੋਈ। ਜਨ ਨਾਨਕ ਗੁਣ ਗਾਵੈ ਬੇਚਾਰਾ ਹਰ ਭਾਵੈ ਹਰ ਥਾਂਏ ਪਾਵੈ ਜੀਓ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਬ ਵਿਆਪੀ ਜਿਨ੍ਹਾਂ ਨੇ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਚੌਹਾਂ ਯੁੱਗਾਂ ਦੇ ਵਿਛੜਿਆਂ ਨੂੰ ਮਿਲਣ ਵਾਸਤੇ ਨਿਰਗੁਣ ਤੋਂ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਦਸਾਂ ਸਰੀਰਾਂ ਅੰਦਰ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਰਤੀ। ਆਖਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪੰਜ ਪਿਆਰੇ ਤੇ ਸ਼ਬਦ ਅਵਤਾਰ ਜੁਗੋ ਜੁਗ ਟਲ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਨਵਾਜਿਆ ਹੈ। ਉਸ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਗੁਰਬਖਸ਼ਿਆ ਸਰੀਰ ਲੈ ਕੇ ਹਰ ਰੋਜ਼ ਦੀ ਤਰ੍ਹਾਂ ਗੁਰੂ ਦੇ ਸਨਮੁਖ ਸੰਗਤ ਰੂਪ ਹੋ ਕੇ ਭਾਗਾਂ ਵਾਲੀਆਂ ਆਤਮਾ ਬੈਠੀਆਂ ਨੇ। ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਹੈ ਫਿਰ ਕੀਰਤਨ ਕਰਿਆ ਤੇ ਸੁਣਿਆ ਹੈ। ਉਸ ਤੋਂ ਵੱਧ ਭਾਗਾਂ ਵਾਲੇ ਜਿਨ੍ਹਾਂ ਨੇ ਅਰਦਾਸ ਵਿੱਚ ਹਾਜ਼ਰੀ ਲਵਾਈ ਹੈ। ਅਰਦਾਸ ਤੋਂ ਪਹਿਲਾਂ ਜਾਣ ਦੀ ਖੇਚਲ ਨਾ ਕਰਿਆ ਕਰੋ। ਅਰਦਾਸ ਵਿੱਚ ਭੱਜ ਕੇ ਸ਼ਾਮਲ ਹੋਇਆ ਕਰੋ। ਅਰਦਾਸ ਤੁਹਾਡੇ ਸਾਰਿਆਂ ਵੱਲੋਂ ਹੁੰਦੀ ਹੈ ਅਤੇ ਸਾਰਿਆਂ ਦੀ ਹਾਜ਼ਰੀ ਲੱਗਦੀ ਹੈ। ਅਰਦਾਸ ਦਾ ਪ੍ਰੰਤ ਮੁੱਖ ਵਾਕ ਕਦੇ ਮਹਾਰਾਜ ਸਾਹਿਬ ਕੋਈ ਬਖਸ਼ ਕਰਦੇ ਨੇ ਕਦੇ ਕਿਸੇ ਸਰੂਪ ਵਿੱਚ ਬਖਸ਼ ਕਰਦੇ ਨੇ। ਜੋ ਲੜੀਵਾਰ ਚੱਲ ਰਹੀ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਉਹ ਇੱਥੋਂ ਸ਼ੁਰੂ ਹੁੰਦੀ ਹੈ। ਜੋ ਸ਼ਬਦ ਆਪ ਜੀ ਨੇ ਹੁਣ ਸਰਵਣ ਕੀਤਾ ਹੈ ਸੋਢੀ ਪਾਤਸ਼ਾਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਪਿਛਲੇ ਕੁ ਸਮੇਂ ਤੋਂ ਚੱਲਦੀ ਆ ਰਹੀ ਹੈ। ਸੰਗਤਾਂ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਸ਼ਬਦ ਤਾਰ ਸਰਵਣ ਕਰ ਚੁੱਕੇ ਹੋ ਅਤੇ ਮਿਲ ਜੁਲ ਕੇ ਵਿਚਾਰ ਸਾਰਿਆਂ ਨੇ ਕਰਨੀ ਹੈ। ਬਾਣੀ ਦਾ ਬੋਧ ਕਥਨ ਤੋਂ ਅਤੇ ਕਹਿਣ ਤੋਂ ਪਰੇ ਹੈ। ਸਾਡੀ ਗਮਤਾ ਨਹੀਂ ਸਾਡੀ ਪਹੁੰਚ ਨਹੀਂ। ਅਗਾਧ ਬੋਧ ਜਾਣਨਾ ਅਗਾਧ ਡੂੰਘਾ ਪਰੇ ਹੀ ਤੇ ਪਰੇ ਹੈ। ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈ ਲੈਣ। ਮਾਰੂ ਰਾਗ ਚੱਲ ਰਿਹਾ ਹੈ। ਅੰਗ 900
97 ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ 98 ਦੇ ਸਮਾਪਤ ਸ਼ਬਦੀ ਹੋਵੇਗੀ। ਮਾਰੂ ਰਾਗ ਹੈ ਤੇ ਮਹੱਲਾ ਸਰੂਪ ਤਥਾ ਪਾਤਸ਼ਾਹ ਕਿਹੜੇ ਸੋਢੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਰਜ ਕੀਤਾ ਲਿਖਿਆ ਹੈ ਗੁਰੂ ਅਰਜਨ ਸਾਹਿਬ ਜੀ ਨੇ। ਕਹਿੰਦੇ ਸ਼ਬਦ ਪੰਜਵੇਂ ਘਰ ਸੁਰਤਾਲ ਵਿੱਚ ਰਾਗੀ ਸਿੰਘੋ ਗਾਇਆ ਜਾ ਸਕਦਾ ਹੈ, ਪਰੰਤ ਮੰਗਲਾਚਰਨ ਕਾਲ ਪੁਰਖ ਨਿਰੰਕਾਰ ਨੂੰ ਸੰਬੋਧਨ ਕਰਕੇ ਯਾਦ ਕਰਕੇ ਕਹਿੰਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਪਰਮੇਸ਼ਰ ਨਿਰੰਕਾਰ ਕਾਲ ਪੁਰਖ ਇੱਕ ਹੈ, ਦੋ ਚਾਰ ਨਹੀਂ, ਉਹਦੀਆਂ ਵੰਡਾਂ ਨਹੀਂ ਪੈ ਸਕਦੀਆਂ। ਕਿਉਂ ਪਾਈ ਫਿਰਦੇ ਹੋ? ਇੱਕ ਨਾਮ ਗਿਣਤੀ ਦਾ ਹੈ ਤੇ ਊੜਾ ਨਾਮ ਅੱਖਰਾਂ ਦਾ ਹੈ ਤੇ ਕਾਰ ਨਾਮ ਇਸ਼ਾਰੇ ਦਾ। ਤਿੰਨ ਵਿਦਿਆ ਇੱਕ ਓੰਕਾਰ ਵਿੱਚ ਲੁਕੀਆਂ ਹੋਈਆਂ ਹੈ। ਤਿੰਨਾਂ ਹੀ ਵਿਦਿਆ ਨੂੰ ਮਾਣ ਮਹਾਰਾਜ ਸਾਹਿਬ ਨੇ ਦੇ ਦਿੱਤਾ ਹੈ। ਪਰ ਇੱਕ ਤੋਂ ਪਿੱਛੇ ਨੂੰ ਵੀ ਕੋਈ ਕੁਝ ਗਿਣ ਸਕਦਾ ਹੈ, ਸਿਰ ਫੇਰਨਾ ਪਊ ਵੀ ਨਹੀਂ ਗਿਣਿਆ ਜਾ ਸਕਦਾ। ਖਾਲੀ ਜੀਰੋ ਪਾ ਲਓ, ਕੋਈ ਮੁੱਲ ਨਹੀਂ। ਇੱਕ ਤੋਂ ਅੱਗੇ ਤਾਂ ਗਿਣਤੀ ਦਾ ਅੰਤ ਹੀ ਕੋਈ ਨਹੀਂ। ਅਰਬ ਖਰਬ ਨੀਲ ਪਦਮ ਆਰ ਕਿੱਥੋਂ ਤੱਕ ਮਰਜ਼ੀ ਚਲੇ ਜਾਓ। ਊੜਾ ਓੰਕਾਰ ਹੈ, ਮੁੱਢ ਹੈ ਸਾਰਿਆਂ ਦਾ ਨਿਰੰਕਾਰ ਕਾਲ ਪੁਰਖ। ਕਾਰ ਚੇਤਨ ਸਤਾ ਨਿਰੰਕਾਰ ਦੀ ਲਖਾਇਕ ਹੈ ਤੇ ਗੋਲ ਹੈ ਤੇ ਲੰਮੀ ਹੈ, ਸਾਰੀ ਸ੍ਰਿਸ਼ਟੀ ਹੈ ਹੀ ਗੋਲ। ਏਕ ਭਾਵ ਬ੍ਰਹਮੰਡ ਤੇ 9 ਇਹਦੇ ਖੰਡ ਹਿੱਸੇ ਉਸ ਕਾਰ ਦੀ ਬੁੱਕਲ ਵਿੱਚ ਹੀ ਬਲੇਟੇ ਹੋਏ ਨੇ, ਇਸ਼ਾਰਾ ਕਰਦੀ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਨਿਰੰਕਾਰ ਇੱਕ ਹੀ ਹੈ। ਉਹਦੇ ਵਿੱਚ ਆਏ ਹੋਏ ਜਿੰਨੇ ਵੀ ਜੀਵ ਨੇ ਸਾਰੇ ਉਸੇ ਦੇ ਸਾਜੇ ਹੋਏ ਨੇ। ਫਿਰ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ ਬੁਰੀਆਂ ਤੇ ਮਾੜੀਆਂ ਚੰਗੀਆਂ ਆਦਤਾਂ ਨੇ, ਗੁਣ ਔਗਣ ਨੇ। ਬੰਦਾ ਨਹੀਂ, ਸਰੀਰ ਨਹੀਂ, ਪਸ਼ੂ ਪੰਛੀ ਨਹੀਂ, ਬਨਸਪਤੀ ਨਹੀਂ, ਕਰਤੇ ਪੁਰਖ ਨੇ ਬਣਾਈ ਹੈ। ਤੇ ਫਿਰ ਬੁਰਾ ਭਲਾ ਕਿਹਨੂੰ ਕਹਿਣ ਦੀ ਲੋੜ ਹੈ? ਸਾਨੂੰ ਕੀ ਹੱਕ ਹੈ? ਨੰਦ ਲਾਲ ਜੀ ਮਹਾਤਮਾ ਕਹਿੰਦੀ ਹੈ, ਖਲਕਤ ਖਾਲਕ ਕੀ ਜਾਣ ਕੇ ਖਲਕ ਦਿਖਾਵੇ ਨਾਹੀਂ, ਖਲਕ ਦੁਖੇ ਨੰਦ ਲਾਲ ਜੀ ਖਾਲ ਕੋਪੇ ਤਾਹੀਂ। ਕੋਪੇ ਨਾਮ ਗੁੱਸੇ ਹੋਣ ਦਾ ਹੈ। ਇਹ ਸਾਰੀ ਖਲਕਤ ਉਸ ਖਾਲਕ ਕਰਤੇ ਪੁਰਖ ਦੀ ਬਣਾਈ ਹੈ ਕਿ ਉਹਦੀ ਬਣਾਈ ਹੋਈ ਖਲਕਤ ਨੂੰ ਢਾਵੇਗਾ, ਕੋਈ ਦੁੱਖ ਦੇਵੇਗਾ ਤੇ ਖਾਲਕ ਫਿਰ ਗੁੱਸੇ ਹੋ ਜਾਊ। ਫਿਰ ਇਹੋ ਜਿਹੀਆਂ ਬਿਮਾਰੀਆਂ ਪਾ ਦੂ ਜਿਹੜੀ ਹੁਣ ਪਈ ਹੈ ਤੇ ਪਿੱਛੇ ਪੈਂਦੀਆਂ ਆਈਆਂ ਤੇ ਗਾਂਹ ਵੀ ਪੈ ਸਕਦੀਆਂ। ਫਿਰ ਉਹ ਭੁਚਾਲ ਲਿਆ ਦੂ, ਸਾਰਿਆਂ ਨੂੰ ਗਰ ਕਰ ਦੂ, ਉਹਦੇ ਹੱਥ ਵਿੱਚ ਹੀ ਹੈ। ਇਸ ਕਰਕੇ ਉਹ ਤੋਂ ਡਰਨਾ ਚਾਹੀਦਾ ਹੈ। ਸਾਰੀ ਸ੍ਰਿਸ਼ਟੀ ਉਸੇ ਦੀ ਬਣਾਈ ਹੋਈ ਹੈ ਤੇ ਮੈਤਰੀ ਭਾਵ ਧਾਰ ਕੇ ਤੇ ਮਿਲ ਕੇ ਚੱਲਣਾ ਚਾਹੀਦਾ। ਤੇ ਭਗਤ ਕਬੀਰ ਜੀ ਨੇ ਵੀ ਗਵਾਹੀ ਭਰੀ ਹੈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਕਿਸੇ ਨੇ ਪੁੱਛਿਆ ਉਹ ਹੈ ਕਿੱਥੇ? ਕਹਿੰਦੇ ਉਹ ਖਾਲਕ ਪਰਮੇਸ਼ਰ ਖਲਕਤ ਵਿੱਚ ਹੈ ਤੇ ਪਰਿਪੂਰਨ ਹੈ ਸਾਰੀ ਥਾਵਾਂ ਤੇ, ਕਿਤੇ ਵੀ ਘੱਟ ਨਹੀਂ। ਜਿਮੀ ਜਮਾਨ ਕੇ ਵਿਖੇ ਸਮਸ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਉਹ ਘਟਣ ਵਾਲਾ ਵੀ ਨਹੀਂ, ਉਹ ਵੱਢਣ ਵਾਲਾ ਵੀ ਨਹੀਂ, ਉਹ ਜੰਮਣ ਵਾਲਾ ਵੀ ਨਹੀਂ, ਉਹ ਮਰਨ ਵਾਲਾ ਵੀ ਨਹੀਂ, ਉਹ ਭੁੱਲਣ ਵਾਲਾ ਵੀ ਨਹੀਂ, ਸਰਬ ਵਿਆਪੀ ਹੈ। ਸਾਹਿਬ ਕਹਿੰਦੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਦਰਖਤਾਂ 'ਚ ਜਲਾਂ ਥਲਾਂ ਵਿੱਚ ਮਹੀ ਆਮ ਧਰਤੀ ਆਕਾਸ਼ ਵਿੱਚ ਸਾਰੀ ਥਾਈਂ ਹੈ। ਇਸ ਪ੍ਰਕਾਰ ਗੁਰਮੁਖੋ ਕਿੰਨਾ ਕੁ ਯਤਨ ਕਰ ਲਓ, ਕਿੰਨੀਆਂ ਕੁ ਛਾਲਾਂ ਮਾਰ ਲਓ, ਕਿੰਨੀਆਂ ਕੁ ਡਾਰੀਆਂ ਮਾਰ ਲਓ, ਉਸ ਕਰਤੇ ਦਾ ਅੰਤ ਨਹੀਂ। ਅੰਤ ਨ ਅੰਤਾ ਸਦਾ ਬੇਅੰਤਾ। ਇਹ ਕਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਹੋਰ ਤੁਹਾਨੂੰ ਕਿਤੇ ਨਹੀਂ ਮਿਲਣੀ, ਕਿਸੇ ਲਿਪੀ 'ਚ ਨਹੀਂ ਮਿਲਣੀ, ਕਿਸੇ ਸਾਧਨ 'ਚ ਨਹੀਂ ਮਿਲਣੀ। ਅਤੇ ਇਹਦਾ ਕੋਈ ਅਰਥ ਹੈ ਬੇਕਾਰ ਨਹੀਂ ਪਾਈ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇੱਕ ਨਿਰੰਕਾਰ ਕਾਲ ਪੁਰਖ ਨੂੰ ਯਾਦ ਕਰਕੇ ਬੜੀ ਥਾਈਂ ਪ੍ਰਮਾਣ ਨੇ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕ ਉਪਰ ਜਿਹ ਜਨ ਕੀ ਆਸਾ, ਤਿਸ ਕੀ ਕਟਿਏ ਜਮ ਕੀ ਫਾਸਾ। ਇੱਕ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ, ਖਸਮ ਨੂੰ ਛੱਡ ਕੇ ਤੇ ਬੜਾਇਆ ਮਗਰ ਤੁਰੇ ਫਿਰੋਗੇ, ਕੀ ਤੁਹਾਡੇ ਪੱਲੇ ਫਿਰ ਪਊਗਾ? ਲੱਗਦੀ ਨਹੀਂ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨ ਲੱਗਈ ਜੋ ਬਾਂਸ ਵਜਾਈਏ ਫੂਕ। ਅੰਧ ਵਿਸ਼ਵਾਸੀ ਦੇ ਨੇੜੇ ਕੋਈ ਗੱਲ ਨਹੀਂ ਲੱਗਦੀ। ਚੂਕ ਨਾਮ ਮੈਂ ਭੁੱਲ ਦਾ। ਭੁੱਲ ਗੁਰੂ ਵਿੱਚ ਨਹੀਂ, ਗਲਤੀ ਗੁਰੂ ਵਿੱਚ ਨਹੀਂ, ਸਾਡੇ ਕਹਿਣ ਸੁਣਨ ਵਾਲੇ 'ਚ ਜ਼ਰੂਰ ਹੈ।
ਅਸੀਂ ਸੁਣੀ ਅਣਸੁਣੀ ਕਰਕੇ ਚਲੇ ਜਾਂਦੇ ਹਾਂ। ਇਸ ਪ੍ਰਕਾਰ ਉਹ ਸਤ ਹੈ, ਨਾਸ ਤੋਂ ਰਹਿਤ ਹੈ। ਤੇ ਸਤ ਕਿਤੇ ਵੀ ਲਿਖਣਾ ਹੋਵੇ, ਕਿਸੇ ਲਿਪੀ 'ਚ, ਕਿਸੇ ਬੋਲੀ 'ਚ, ਤੇ ਤੱਤੇ ਨੂੰ ਸਿਹਾਰੀ ਨਹੀਂ ਪਾਉਂਦੇ। ਇੱਥੇ ਕਿਉਂ ਪਾਈ ਹੈ? ਸਿਹਾਰੀ ਕਹਿੰਦੀ ਈੜ ਈਸ਼ਵਰ ਸਤ ਹੈ। ਸਿਹਾਰੀ 'ਚ ਈੜੀ ਦੀ ਆਵਾਜ਼ ਹੈ। ਜੇ ਉਹ ਨਾ ਸਤਿਹਾਰ ਸਿਹਾਰੀ ਬੋਲਾਂਗੇ, ਨਾ ਪਾਈ ਹੋਵੇ, ਤੇ ਫਿਰ ਸਿੱਧ ਹੋ ਜਾਊ ਕਿ ਸਤ ਮੁਲੱਠੀ ਦਾ ਹੈ, ਸਤ ਸੰਤਰੇ ਦਾ ਹੈ, ਸਤ ਕਿਸੇ ਹੋਰ ਵਸਤੂ ਦਾ। ਬੜੇ ਸਤ ਕੱਢੇ ਜਾਂਦੇ ਨੇ। ਕੋਠੇ ਦੀ ਸਤ ਹੋ ਸਕਦੀ ਹੈ, ਹੋਰ ਕਈ ਵਸਤੂਆਂ ਸਤ ਹੋ ਸਕਦੀਆਂ ਹੈ, ਪਰ ਸਭ ਨਾਸਵਾਨ ਹੈ, ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਮਿਥਿਆ ਨਾਮ ਝੂਠੇ ਤੇ ਨਾਸਵਾਨ ਦਾ ਹੈ, ਕੋਈ ਸਤ ਵਸਤੂ ਨਹੀਂ। ਮਿਥਿਆ ਤਨ ਸਰੀਰ, ਮਿਥਿਆ ਤਨ ਧਨ, ਕੁਟੰਬ ਸੁਭਾਇਆ ਮਿਥਿਆ, ਹਾਮੇ ਮਮਤਾ ਮਾਇਆ ਮਿਥਿਆ, ਰਾਜ ਜੋਬਨ ਧਨ ਮਾਲ ਮਿਥਿਆ, ਕਾਮ ਕ੍ਰੋਧ ਵਿਕਰਾਲ। ਇਹਦੇ ਵਿਸਰਾਮ ਟਕਸਾਲ ਵਾਲੇ ਮਹਾਤਮਾ ਮਿਥਿਆ ਦੇ ਲਵਾਉਂਦੇ ਹੈ। ਤੇ ਮਿਥਿਆ ਦਾ ਅਰਥ ਹੈ ਝੂਠਾ। ਸਰੀਰ ਵੀ ਸਤ ਨਹੀਂ, ਝੂਠਾ। ਤਨ ਵੀ, ਧਨ ਵੀ, ਸੰਬੰਧੀ ਵੀ, ਸ੍ਰਿਸ਼ਟੀ ਦੀ ਸਭ ਵਸਤੂ ਝੂਠੀ। ਕਿੰਨੇ ਕੁ ਅਰਥ ਕਰ ਲਓਗੇ ਸਤ ਦੇ? ਸਤ ਨਾਲ ਜੁੜਨਾ ਚਾਹੀਦਾ। ਸਤ ਇੱਕ ਹੀ ਹੈ। ਗੁਰ ਨਾਮ ਵੱਡੇ ਦਾ ਹੈ, ਤੇ ਗੁਰ ਦਿੰਦਾ, ਗੁਰ ਦੱਸਦਾ ਹੈ, ਗੁਰ ਹਨੇਰੇ ਦੂਰ ਕਰਦਾ, ਰੂਪ ਪ੍ਰਕਾਸ਼ ਕਰਦਾ ਹੈ, ਪ੍ਰਸ਼ਾਦ ਕਿਰਪਾ ਕਰਦਾ, ਤੇ ਮੰਗਲ ਸਰੂਪ ਤੇ ਮੰਦਰ ਸਰੂਪ। ਪਰ ਪਰੇ ਹੈ ਸਾਧ ਸਵਾਦਾਂ ਤੋਂ। ਉਹਨੂੰ ਜ਼ੁਬਾਨ ਦੇ ਸਵਾਦਾਂ ਨਾਲ ਨਹੀਂ ਉਹ ਮੋਹਿਆ ਜਾਂਦਾ, ਇਸ ਤੋਂ ਪਰੇ ਹੈ। ਜੇ ਸਵਾਦਾਂ ਤੋਂ ਪਰੇ ਨਾ ਹੁੰਦਾ ਤੇ ਰਾਮਚੰਦਰ ਰੂਪ ਹੁੰਦਿਆਂ ਭੀਲਣੀ ਛੋਟੀ ਜਾਤ ਵਾਲੀ ਕਾਲੀ ਕਰੂਪ ਪੇਕਿਆਂ ਨੇ ਵਿਆਹ ਦਿੱਤੀ ਤੇ ਸਹੁਰਿਆਂ ਨੇ ਛੱਡ ਦਿੱਤੀ। ਜੰਗਲ 'ਚ ਰਹਿੰਦੀ ਹੈ। ਖਾਣ ਨੂੰ ਕੀ ਹੈ? ਰੁੱਖਾਂ ਦੇ ਪੱਤਰੇ ਤੇ ਫਲ। ਪਤਾ ਲੱਗਾ ਰਾਮਚੰਦਰ ਭਗਵਾਨ ਆਉਣੇ, ਸੀਤਾ ਲਛਮਣ ਸਮੇਤ। ਮੈਂ ਕੀ ਛਕਾਉਂਗੀ? ਬੇਰ ਤੋੜਦੀ ਹੈ ਤੇ ਦੰਦ ਨਾਲ ਟੁੱਕ ਲੈਂਦੀ, ਵੀ ਖੱਟਾ ਤੇ ਸੁੱਟ ਦਿੰਦੀ ਹੈ, ਮਿੱਠਾ ਤੇ ਰੱਖ ਲੈਂਦੀ ਹੈ। ਇੰਨਾ ਗਿਆਨ ਨਹੀਂ, ਭੋਲੇ ਭਾਏ ਮਿਲੇ ਰਗਰਾਏ। ਇੰਨਾ ਗਿਆਨ ਨਹੀਂ ਵੀ ਮੇਰੇ ਜੂਠੇ ਹੋ ਜਾਣਗੇ। ਉਹਦੇ ਜੂਠੇ ਬੇਰ ਭਗਵਾਨ ਨੇ ਖਾ ਲਏ ਸੀ। ਇਸ ਪ੍ਰਕਾਰ ਉਹਨੂੰ ਸਵਾਦਾਂ ਨਾਲ ਵਾਸਤਾ ਨਹੀਂ, ਪ੍ਰੇਮ ਨਾਲ ਵਾਸਤਾ ਤੇ ਪਿਆਰ ਨਾਲ ਵਾਸਤਾ। ਕ੍ਰਿਸ਼ਨ ਭਗਵਾਨ ਨੇ ਬਿਦਰ ਦਾ ਲੂਣ ਤੋਂ ਬਿਨਾਂ ਰਿੱਝਾ ਹੋਇਆ ਸਾਗ, ਸਾਗ 'ਚ ਕੇਵਲ ਲੂਣ ਹੀ ਪੈਂਦਾ ਹੈ, ਹੋਰ ਵਸਤੂ ਪਾਓ ਜਾਂ ਨਾ ਪਾਓ ਤੇ ਜ਼ਰੂਰੀ ਹੈ। ਜਿੰਨੀਆਂ ਵੀ ਸਬਜ਼ੀਆਂ ਆਦਿਕ ਬਣਾਈਆਂ ਜਾਂਦੀਆਂ ਹੈ, ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਕਿਤੇ ਕੰਮ ਨਾ ਆਵਈ ਲਾਵਣ ਬਿਨ ਲੂਣੇ। ਇਹ ਲਾਵਣ ਸਬਜ਼ੀਆਂ ਬਣੀਆਂ ਲੂਣ ਤੋਂ ਬਿਨਾਂ ਕਿਸੇ ਕੰਮ ਦੀਆਂ ਨਹੀਂ ਬਣਦੀਆਂ। ਪਰ ਇੰਨੇ ਸਵਾਦ ਨਾ ਉਸ ਭਾਵ ਸਾਗ ਖਾ ਲਿਆ। ਕਿਹਾ ਸੀ ਦੁਰਯੋਧਨ ਨੂੰ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕਰ ਅਨੰਦ ਵਿਨੋਦੀ, ਜਾਤ ਨ ਕਾਹੂ ਕੀ ਮਾਨੀ। ਇੰਨਾ ਪ੍ਰੇਮ। ਕੇਲੇ ਦੀਆਂ ਛੱਲੀਆਂ ਕਿਤੇ ਘਰ ਵਿੱਚ ਸੀ ਤੇ ਖਾਣ ਵਾਲਾ ਗੁੱਦਾ ਸੁੱਟ ਦਿੱਤਾ ਤੇ ਸਿੱਕੜ ਭਗਵਾਨ ਦੇ ਮੂੰਹ 'ਚ ਦਈ ਜਾਂਦੇ ਹੈ, ਉਹੀ ਛਕੀ ਜਾਂਦੇ ਨੇ। ਬੜਾ ਸਵਾਦ ਆਇਆ ਕਿ ਪ੍ਰੇਮ ਸੀ, ਪਿਆਰ ਸੀ, ਸਰਦਾ ਸੀ। ਇਸ ਪ੍ਰਕਾਰ ਪਿਆਰ ਸਰਦਾ ਅੱਗੇ ਨਿਯਮ ਭੁੱਲ ਜਾਂਦੇ ਹੈ, ਛੱਡਣੇ ਪੈਂਦੇ ਹੈ। ਜੇ ਸਵਾਦਾਂ ਤੋਂ ਪਰੇ ਸੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੋਧਰੇ ਦੀ ਰੁੱਖੀ ਮਿੱਸੀ। ਸੋ ਲਾਲੋ ਤਰਖਾਣ ਦੇ ਘਰ ਸਾਲ ਤੋਂ ਵੱਧ ਸਮਾਂ ਬੈਠ ਕੇ ਸੋ ਰੇਤ ਅਕ ਆਹਾਰ ਕਰ, ਰੋੜਾ ਕੀ ਕੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆਈ। ਖਾ ਕੇ ਤੇ ਫਿਰ ਉਹਦੇ ਵਿੱਚੋਂ ਦੁੱਧ ਚਵਾ ਕੇ ਵਿਖਾ ਦਿੱਤਾ। ਜਿਹੜੇ ਬੜੇ ਬੜੇ ਪਦਾਰਥ ਬਣੇ ਨੇ, ਕੜਾਹ ਪੂਰੀਆਂ ਤੇ ਹੋਰ ਮਲਕ ਭਾਗੋ ਦੀਆਂ, ਖੂਨ ਲਹੂ ਚਵਾ ਕੇ ਵਿਖਾ ਦਿੱਤਾ ਸਾਨੂੰ ਸਿੱਖਿਆ ਦੇਣ ਲਈ। ਗੱਲ ਪੁਰਾਣੀ ਹੈ, ਅਸੀਂ ਕਿਉਂ ਨਹੀਂ ਸਿੱਖਿਆ ਪੱਲੇ ਬੰਨ੍ਹਦੇ, ਯਾਦ ਕਰਦੇ। ਉਹ ਸਵਾਦਾਂ ਤੋਂ ਪਰੇ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੀਮਾ ਭਗਤ। ਕੋਈ ਮਕਾਨ ਨਹੀਂ, ਕੋਈ ਚੁਬਾਰਾ ਨਹੀਂ, ਕੋਈ ਵਸਦਾ ਸ਼ਹਿਰ ਨਹੀਂ, ਜੰਗਲਾਂ 'ਚ ਬੈਠਾ ਹੈ। ਜ਼ਿਮੀਂਦਾਰ ਵਾਢੀਆਂ ਕਰਦੇ ਐ, ਸਿੱਟੇ ਡਿੱਗ ਪੈਂਦੇ ਹੈ ਤੇ ਉਹ ਚੁਣ ਲੈਂਦਾ, ਉਹਨਾਂ ਤੋਂ ਦਾਣੇ ਬਣਾ ਲੈਂਦਾ, ਚੱਕੀ ਰੱਖੀ ਹੱਥਾਂ ਨਾਲ, ਪੀਹ ਕੇ ਆਟਾ ਬਣਾ ਲੈਂਦਾ, 3 ਪ੍ਰਸ਼ਾਦੇ ਰੋਜ਼ ਬਣਾਉਂਦਾ ਹੈ। ਇੱਕ ਛਕ ਲੈਂਦਾ ਤੇ 2 ਕੋਈ ਆ ਜੇ। ਐਡਾ ਵੱਡਾ ਜੱਗ, ਐਡਾ ਵੱਡਾ ਦਾਨੀ, ਇੰਨੀ ਸਰਦਾ। ਇਸ ਪ੍ਰਕਾਰ ਉਸ ਨੂੰ ਛਕਾਉਂਦਾ। ਧੰਨ ਗੁਰੂ ਅਰਜਨ ਸਾਹਿਬ ਝੁੱਗੀ ਨੂੰ ਭਾਗ ਲਾਉਣ ਚਲੇ ਗਏ ਤੇ ਸਵੇਰ ਦੀ ਸੁੱਕੀ, ਬਿਨਾਂ ਪਾਣੀ ਤੇ ਬਿਨਾਂ ਕਿਸੇ ਦਾਲ ਭਾਜੀ ਤੋਂ ਸੁੱਕੀ ਸਵੇਰ ਦੀ, ਉਹਦੇ 'ਚ ਕਿੰਨਾ ਸਵਾਦ ਹੋਵੇਗਾ। ਮਹਾਰਾਜ ਸਾਹਿਬ ਨੂੰ ਸਵਾਦਾਂ ਤੋਂ ਪਰੇ ਹੈ।
ਕੋਈ ਵਿਛਾਉਣ ਲਈ ਬਿਸਤਰਾ ਨਹੀਂ, ਖਵਾਉਣ ਲਈ ਪਦਾਰਥ ਨਹੀਂ। ਕੀ ਢੁਕਦੀ ਸਾਖੀ ਪਿਛਲੀਆਂ ਸਾਖੀਆਂ ਨਾਲ ਕਿ ਨਹੀਂ? ਮੰਨਣਾ ਪਊ ਹਰ ਰੁੱਖੀ ਰੋਟੀ ਖਾਏ ਸੰਭਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ ਵਿਸ ਜ਼ਹਿਰ ਦੀ ਵਾੜੀ। ਇਤ ਆਦਿਕ ਤਿੰਨ ਸ਼ਬਦ ਉਚਾਰ ਕੇ ਉਸ ਥਾਂ 'ਤੇ ਹਿਮੇ ਭਗਤ ਨੂੰ ਨਿਵਾਜਿਆ। ਹੁਣ ਤੱਕ ਉਹਦਾ ਸਥਾਨ ਬਣਿਆ ਹੋਇਆ ਤੇ ਬਾਣੀ 'ਚ ਟਲ ਨਾਮ ਉਹਦਾ ਹੋ ਗਿਆ, ਹੋਰ ਕਿਸੇ ਦਾ ਕਿਉਂ ਨਹੀਂ ਹੋਇਆ? ਇਸ ਪ੍ਰਕਾਰ ਉਹ ਨਿਰੰਕਾਰ ਕਾਲ, ਕਾਲ ਤੋਂ ਰਹਿਤ ਹੈ। ਉਸ ਨੂੰ ਜਪਣਾ ਧਿਆਉਣਾ ਚਾਹੀਦਾ ਤੇ ਭੁਲੇਖਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ। ਦਸਮ ਗ੍ਰੰਥ ਦੀ ਰਮਤਾ ਕੀਤੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ। ਜੇ ਪਹਿਲੀ ਰੰਭ ਵਾਲੀ ਮੰਗਲਾਚਰਨ ਪੌੜੀ ਛੱਡ ਵੀ ਦਈਏ ਤੇ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਅਰੂਪੇ, ਨਮਸਤਵੰ ਅਨੂਪੇ। ਮੈਂ ਨਮਸਕਾਰ ਕਰਦਾ ਹਾਂ, ਮੈਂ ਮੱਥਾ ਟੇਕਦਾ ਹਾਂ ਕਿਹਨੂੰ? ਜਿਹਦਾ ਕਾਲ ਨਹੀਂ ਹੋਣਾ, ਜਿੰਨੇ ਮਰਨਾ ਨਹੀਂ, ਜਿੰਨੇ ਜੰਮਣਾ ਨਹੀਂ। ਅਕਾਲੇ, ਕਾਲ ਤੋਂ ਰਹਿਤ। ਨਮਸਤਵੰ ਤਵੰ, ਤੈਨੂੰ ਅਕਾਲ ਪੁਰਖ। ਅਕਾਲੇ ਨਮਸਤਵੰ ਕਿਰਪਾਲੇ, ਬੜਾ ਕਿਰਪਾਲੂ ਹੈ, ਬੜਾ ਦਿਆਲੂ ਹੈ। ਸਾਡੇ ਸਾਰਿਆਂ ਦੇ ਔਗਣ ਵਿਕਾਰ ਵੇਖਦਿਆਂ ਵੀ ਆਹਾਰ ਦੇਈ ਜਾਂਦਾ। ਨਮਸਤਵੰ ਅਰੂਪੇ, ਰੂਪ ਰੰਗ ਤੋਂ ਤੂੰ ਰਹਿਤ ਹੈ, ਤੇਰਾ ਇੱਕ ਰੂਪ ਕੋਈ ਨਹੀਂ। ਤੇ ਫਿਰ ਕਿਹੜੇ ਰੂਪ 'ਚ ਉਹਨੂੰ ਵੇਖੀਏ? ਜਿਹੜੇ 'ਚ ਵੇਖਣਾ ਚਾਹੋ ਉਸੇ 'ਚ ਦਿਸ ਪਊ। ਔਰ ਸਰਵ ਵਿਆਪੀ ਹੈ, ਸਾਰੇ ਰੂਪ ਉਸੇ ਦੇ ਹੀ ਹੈ, ਸਾਰਿਆਂ ਵਿੱਚ ਹੀ ਮਿਲਿਆ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਤਿੰਨਾਂ ਨੂੰ ਮਾਈ ਦਾਸ ਕ੍ਰਿਸ਼ਨ ਭਗਵਾਨ ਦਾ ਪਾਸ਼ਕ ਸਾਖੀ ਲੰਬੀ ਚੌੜੀ ਮੈਂ ਛੱਡ ਦੇਵਾ ਸਮਾਂ ਲੱਗੂ। ਤੇ ਕ੍ਰਿਸ਼ਨ ਭਗਵਾਨ ਰੂਪ ਹੋ ਗਏ ਗੋਬਿੰਦਵਲ ਸਾਹਿਬ ਦੀ ਧਰਤੀ 'ਤੇ, ਉਹਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਦਸਮ ਪਾਤਸ਼ਾਹ ਕਲਗੀਧਰ ਪਿਤਾ ਬਾਲਕ ਅਵਸਥਾ ਸੀ, ਸ਼ਿਵਦੱਤ ਪੰਡਿਤ ਪੂਜਾ ਕਰਿਆ ਕਰਦਾ। ਉਹਦੇ ਮਨ 'ਚ ਸਰਧਾ ਜਾਗੀ, ਸਾਖੀ ਇਹ ਵੀ ਲੰਬੇਰੀ ਹੈ। ਤੇ ਭਗਵਾਨ ਰਾਮਚੰਦਰ ਰੂਪ ਧਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ। ਜਿਹੜੇ ਰੂਪ 'ਚ ਮਰਜ਼ੀ ਵੇਖ ਲਓ, ਸਾਰੇ ਰੂਪ ਉਸੇ ਦੇ ਹੀ ਨੇ। ਤੇਰਾ ਰੂਪ ਕਨੇਹਾ ਇੱਕ ਨਿਹਚੇ ਕੀਤਾ ਹੀ ਨਹੀਂ ਜਾ ਸਕਦਾ ਵੀ ਆਹੋ ਤੇਰਾ ਰੂਪ ਹੈ। ਜਿਹੋ ਜਿਹੀ ਕੋਈ ਸਰਦਾ ਬਿਨਾ ਕਿ ਜਿੱਥੇ ਬੈਠ ਜਾਵੇ ਉਸੇ ਰੂਪ 'ਚ ਦਰਸ਼ਨ ਦੇ ਸਕਦਾ ਹੈ, ਦਿੰਦਾ ਹੈ, ਦਿੰਦਾ ਆਇਆ ਹੈ। ਉਹਨੂੰ ਨਮਸਕਾਰ ਹੈ। ਅਨੂਪ ਉਪਮਾ ਤੋਂ ਰਹਿਤ ਹੈ। ਨਹੀਂ ਕੋਈ ਰਸਨਾ ਸਮਗਰ ਉਹਦੀ ਉਪਮਾ ਕਰ ਸਕਦੀ, ਨਹੀਂ ਕਾਗਜ਼ ਨਾਲ ਲਿਖੀ ਜਾ ਸਕਦੀ। ਕਿੰਨੀ ਕੋਈ ਲਿਖ ਲਓ। ਗੁਰਮੁਖੋ ਸਾਰੇ ਕਿੱਧਰ ਨੂੰ ਜਾਂਦੇ ਨੇ ਬਾਣੀ ਦੇ? ਦਸਮ ਪਾਤਸ਼ਾਹ ਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਸ ਅਕਾਲ ਨਿਰੰਕਾਰ ਵੱਲ ਜਾਂਦੇ ਨੇ। ਅਸੀਂ ਫੇਰ ਸਿਫਤ ਸਲਾਹਣ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੁਹਾਡੀ ਮਰਜ਼ੀ ਹੈ, ਜਿੱਥੇ ਮਰਜ਼ੀ ਜਾਓ, ਮਰਜ਼ੀ ਕਰੋ। ਮਨੁੱਖ ਜਾਤੀ ਸਰੀਰ ਹੈ, ਸੋ ਕਰਮ ਕਰਨ ਵਾਸਤੇ ਸੁਤੰਤਰ ਹੋ ਤੇ ਭੋਗਣ ਲਈ ਪਤੰਤਰ ਬਣਨਾ ਹੀ ਪਊ। ਭੋਗੇ ਬਿਨਾ ਭਾਗੇ ਨਹੀਂ, ਕਰਮ ਗਤੀ ਬਲਵਾਨ। ਇੰਨੀ ਕੁ ਵਿਚਾਰ ਮੰਗਲਾਚਰਨ ਦੀ ਭਾਵੇਂ ਹੋਰ ਵੱਧਦੀ ਹੈ, ਨਾ ਵਧਾਈਏ, ਸਮੇਂ ਨੂੰ ਸੁਕੋਚਣਾ ਪੈਂਦਾ ਹੈ। ਧੰਨ ਗੁਰੂ ਰਾਮਦਾਸ ਕੀ ਕਹਿੰਦੇ ਨੇ? ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ। ਹਰੀ ਹਰੀ ਅਕਾਲ ਪੁਰਖ ਨਿਰੰਕਾਰ, ਵਾਸੁਦੇਵ ਹਰੀ, ਗੋਬਿੰਦ ਰਾਮ। ਇਹ ਚਾਰ ਨਾਮ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਆਉਂਦੇ ਹੈ। ਤੇ ਜੇ ਚਾਰੇ ਇਕੱਠੇ ਕਰ ਲੈਣੀ ਹੈ ਤਾਂ ਫਿਰ ਵਾਹਿਗੁਰੂ ਕਹਿ ਲਓ। ਫਿਰ ਸਾਰੇ ਇਕੱਠੇ ਹੋ ਗਏ ਚਾਰੇ ਨਾਮ, ਫਿਰ ਪ੍ਰਾਪਤੀ ਬਹੁਤੀ ਹੋਵੇਗੀ। ਸਾਡਾ ਤੇ ਮੰਤਰੀ ਮਹਾਰਾਜ ਸਾਹਿਬ ਸਾਡੇ ਵਡੇਰਿਆਂ ਨੇ ਇਹੋ ਬਣਾਇਆ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਈਰਖਾ ਕਿੱਥੇ ਗਈ? ਫਿਰ ਦਵੈਤ ਕਿੱਥੇ ਗਈ? ਫਿਰ ਲੜਾਈ ਝਗੜੇ ਮੁੱਕ ਜਾਂਦੇ ਨੇ। ਭਲਾ ਸੋਚੋ, ਮਨ ਅੰਦਰ ਆਪਣਾ ਭਲਾ ਤਾਂ ਸਾਰੇ ਚਾਹੁੰਦੇ ਆ ਨਾ। ਦੂਜੇ ਦਾ ਭਲਾ ਤੇ ਭਾਗਾਂ ਵਾਲੇ ਮੰਗਦੇ ਨੇ, ਆਪਣਾ ਸਾਰੇ ਮੰਗਦੇ ਨੇ। ਤੇ ਫਿਰ ਹੁੰਦਾ ਕਿਉਂ ਨਹੀਂ ਹੋਵੇਗਾ? ਤਾਂ ਜੇ ਦੂਜਿਆਂ ਦਾ ਮੰਗੇ ਤੇ ਆਪਣਾ ਭਲਾ ਸਭ ਕਾ ਹੂੰ ਮੰਗਣਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਹੈ। ਹਰੀ ਹਰੀ ਦੇ ਨਾਮ ਦੇ ਭੰਡਾਰੇ ਭਰੇ ਹੋਏ ਨੇ, ਨਹੀਂ ਮੁੱਕਣ ਵਾਲੇ। ਦਿੰਦਾ ਰਹੇ ਨ ਚੁੱਕੇ, ਭੋਗ ਗੁਣੇ ਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਭਗਤੀ ਦੇ ਭੰਡਾਰੇ ਭਰੇ ਹੋਏ ਨੇ, ਕਿਰਪਾ ਕਰਕੇ ਦੇਵੇਂ ਉਹਨੂੰ ਪ੍ਰਾਪਤ ਹੁੰਦੇ ਨੇ। ਗੁਰਮੁਖ ਰਾਮ ਕਰੇ ਨਿਸਤਾਰਾ। ਜਿਨ੍ਹਾਂ ਗੁਰੂ ਵੱਲ ਮੁੱਖ ਰੱਖਿਆ, ਦੁਨੀਆ ਦੇ ਹੋਰ ਰਸਾਂ ਕਸਾਂ ਵੱਲ ਪਿੱਠ ਦੇ ਦਿੱਤੀ ਹੈ। ਰਾਮ ਉਹਨਾਂ ਦਾ ਨਿਸ ਵਿਸ਼ੇਸ਼ ਤੌਰ 'ਤੇ ਸੰਸਾਰ ਸਾਗਰ ਤੋਂ ਉਹਨਾਂ ਨੂੰ ਤਾਰ ਲੈਂਦਾ ਹੈ।
ਸੋ ਨਿਸ ਨਾਮ ਹਨੇਰੇ ਦਾ ਹਨੇਰਾ ਅਗਿਆਨਤਾ ਦਾ ਉਹਦੇ ਵਿੱਚ ਚਾਨਣ ਦੇ ਕੇ ਤਾਰ ਲੈਂਦਾ ਹੈ, ਬਚਾ ਲੈਂਦਾ ਹੈ ਰਮਿਆ ਹੋਇਆ ਪਰਮੇਸ਼ਰ। ਉਹਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਉਹਨੂੰ ਫੋਨ ਕਰਨ ਦੀ ਲੋੜ ਨਹੀਂ, ਉਹਨੂੰ ਚਿੱਠੀਆਂ ਪਾਉਣ ਦੀ ਲੋੜ ਨਹੀਂ, ਉਹਨੂੰ ਸੁਨੇਹਾ ਭੇਜਣ ਦੀ ਲੋੜ ਨਹੀਂ। ਉਹਦੇ ਸਰੀਰਕ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਕਹ ਰਵਿਦਾਸ ਹਾਥ ਬਹਿਲੇ ਰਹਿ ਸਾਜੇ ਹੋਏ ਸੋ ਹੋਈ। ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ, ਸੋ ਹਰ ਕੇ ਗੁਣ ਗਾਵੇ ਜੀਓ। ਇਹ ਸੁਨੇਹਾ ਸਿੱਖਿਆ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਰਹੇ ਹਨ ਤਰਸ ਕਰਕੇ। ਜਿਸ 'ਤੇ ਕਿਰਪਾ ਕਰੇ ਮੇਰਾ ਸੁਆਮੀ ਨਾਮ ਹੈ ਮਾਲਕ ਦਾ। ਉਹ ਕੀ ਕਰਦਾ? ਜਿਸ 'ਤੇ ਕਿਰਪਾ ਹੁੰਦੀ ਹੈ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਜੇ ਉਸ ਤੋਂ ਵੱਧ ਕਿਰਪਾ ਹੋ ਜਾਵੇ ਤਾਂ ਫਿਰ ਹਰੀ ਦੇ ਗੁਣਾਂ ਨੂੰ ਸੁਣਦਾ ਹੈ। ਭਾਗਾਂ ਵਾਲੀ ਆਤਮਾ ਦੂਜੇ ਕੋਲੋਂ ਨਹੀਂ ਸੁਣੇ ਜਾਂਦੇ, ਨਹੀਂ। ਕੂੜ ਕਪਟ ਹੰਕਾਰ ਰੀਝਾਨਾ, ਨਾਮ ਸੁਣਤ ਜਨ ਬਿਸ਼ੂ ਦਸਾਨਾ। ਕੂੜ ਝੂੜ ਗੱਪ ਗਪੌੜਾ। ਸੋ ਇਸ ਪ੍ਰਕਾਰ ਟੀਵੀ ਵੇਖਦਿਆਂ, ਬਚਨ ਕਰਦਿਆਂ, ਗੱਲਾਂ ਕਰਦਿਆਂ ਸਮਾਂ ਲੰਘ ਜਾਂਦਾ, ਰੀਝੇ ਰਹਿੰਦੇ ਹੈ। ਅਤੇ ਕਥਾ ਕੀਰਤਨ ਸੁਣਦਿਆਂ, ਬਾਣੀ ਸੁਣਦਿਆਂ ਤੇ ਬਿਸ਼ੂਆ ਡੰਗ ਮਾਰਦਾ ਹੈ। ਫੁਰਨੇ ਪ੍ਰੇਰ ਕੇ ਲੈ ਜਾ ਤੁਲਸੀ ਪੂਰਬ ਪਾਪ ਤੇ ਹਰ ਜਾ ਸੁਣਿਓ ਨਾ ਜਾਏ। ਕੀ ਹੁੰਦਾ? ਕਹਿ ਊਂਘੈ, ਕਹਿ ਲੜ ਪੜੇ, ਕਹਿ ਘਰ ਕੋਠ ਜਾਏ ਬਿਲਾ ਵਜਾਈ। ਜਿਸ ਦੇ ਗੁਰੂ ਦੀ ਕਿਰਪਾ ਹੁੰਦੀ ਹੈ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ ਅਤੇ ਆਨੰਦ ਨਾਲ ਪਿਆਰ ਨਾਲ ਨੀਵੀਂ ਪਾ ਕੇ ਸੁਣਦਾ ਹੈ। ਅਤੇ ਸੁਣੀ ਅਣਸੁਣੀ ਨਹੀਂ ਕਰਦਾ, ਫਿਰ ਯਾਦ ਰੱਖਦਾ, ਚੇਤੇ ਰੱਖਦਾ ਹੈ। ਸਾਰਿਆਂ ਨੂੰ ਆਪਣੇ ਭਰਾ ਸਮਝ ਕੇ ਮੈਂਤਰੀ ਭਾਵ ਧਾਰਨ ਕਰਕੇ ਪਿਆਰ ਕਰਦਾ ਹੈ। ਸੋ ਗੁਣ ਗਾਵੇ ਹਰੀ ਦੇ ਗੁਣਾਂ ਨੂੰ ਗਾਉਣਾ ਅਤੇ ਸੁਣਨਾ। ਆਈ ਇਸੇ ਵਾਸਤੇ ਆਇਓ ਸੁਣ ਪੜ੍ਹਨ ਕਉ ਬਾਣੀ। ਨਾਮ ਵਿਸਾਰ ਲੱਗੋ ਅੰਨ ਲਾਲਚ, ਬਿਰਥਾ ਜਨਮ ਪ੍ਰਾਣੀ। ਅੰਨ ਹੋਰ ਲਾਲਚਾਂ 'ਚ ਨਾਮ ਛੱਡ ਕੇ ਪ੍ਰਾਣੀ ਪ੍ਰਾਣਾ ਦੇ ਆਸਰੇ ਚੱਲਣ ਵਾਲੇ, ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਹਰ ਹਰ ਕਿਰਪਾ ਕਰੇ ਬਨ ਵਾਲੀ। ਬਨ ਨਾਮ ਜੰਗਲ ਦਾ ਹੁੰਦਾ ਹੈ। ਸਾਰੇ ਜੰਗਲ ਸੰਸਾਰ ਦੇ ਵਾਲੀ ਮਾਰਕ ਹਰੀ ਹਰੀ ਵਾਹਿਗੁਰੂ ਵਾਹਿਗੁਰੂ। ਤੁਸੀਂ ਕਿਰਪਾ ਕਰੋ। ਅਸੀਂ ਸ਼ਹਿਰ 'ਚ ਵਸਦੇ ਹਾਂ ਕਿ ਦੁਨੀਆ 'ਚ ਵਸਦੇ ਹਾਂ? ਨਹੀਂ, ਜੰਗਲ 'ਚ ਵਸਦੇ ਹਾਂ। ਉਧਿਆਨ ਬਸਨ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ। ਉਧਿਆਨ ਜੰਗਲ 'ਚ ਵਸਣ ਦੀ ਤਰ੍ਹਾਂ ਹੈ, ਜੰਗਲ ਵਿੱਚ ਹੁੰਦੇ ਨੇ। ਸੋ ਭਾਵ ਸਿਆਲ ਗਿੱਦੜ ਖਰ ਹੈ ਖੋਤੇ, ਸਵਾਨ ਕੁਕਰ। ਇਹ ਜਿਹੀ ਹਾਲਾਤ ਹੈ। ਸੰਬੰਧੀ ਆਦਿਕ, ਆਂਢੀ ਗੁਆਂਢੀ ਆਦਿਕ, ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਮਾਰਨ ਵਾਲੇ, ਰਸਨਾ ਤੋਂ ਕਈ ਕੁਝ ਕਹਿਣ ਵਾਲੇ। ਗੁਰਦੁਆਰੇ ਰੋਜ਼ ਜਾਂਦੇ ਹੈ, ਪਾਪ ਕਰਦੇ ਹੈ, ਪਾਪ ਬਖਸ਼ਾਉਣ ਜਾਂਦੇ ਹੈ। ਅਸੀਂ ਕਰਦੇ ਹੀ ਨਹੀਂ, ਸਾਨੂੰ ਜਾਣ ਦੀ ਲੋੜ ਹੀ ਨਹੀਂ। ਇਹੋ ਜਿਹੀਆਂ ਤਰਕਾਂ ਮਾਰਦੇ ਹੈ। ਇਹਨਾਂ ਨੂੰ ਪ੍ਰਸ਼ਾਦ ਮਿੱਠਾ ਲੱਗਦਾ, ਇਹਨਾਂ ਨੂੰ ਲੰਗਰ ਖਾਣ ਨੂੰ ਮਿਲਦਾ ਤਾਂ ਜਾਂਦੇ ਹੈ। ਇਹੋ ਜਿਹਾਂ ਦੀ ਸੁਣੀ ਅਣਸੁਣੀ ਕਰ ਛੱਡੋ। ਕਬੀਰ ਜਹ ਜਹ ਹਉ ਫਿਰਿਓ, ਕੌਤਕ ਠਾਓ ਠਾਏ। ਇੱਕ ਰਾਮ ਸਨੇਹੀ ਬਾਹਰਾ, ਉੱਜੜ ਮੇਰੇ ਭਾਏ। ਆ ਸ਼ਹਿਰ ਵਸਦਾ ਨਹੀਂ, ਉਜਾੜ ਪਈ ਹੈ ਵਸਦਾ ਕੋਈ ਇੱਕ ਅੱਧਾ ਹਿਰਦਾ। ਬਹੁਤ ਭਾਗਾਂ ਵਾਲਾ ਥੋੜ੍ਹੇ ਕਿਤੇ ਵਿਰਲੇ। ਸੋ ਬਨ ਵਾਲੀ ਸੰਸਾਰ 'ਚ ਜੰਗਲ 'ਚ ਵਸਣ ਦੀ ਤਰ੍ਹਾਂ ਹੈ। ਪਰ ਇੱਕ ਅੱਧੇ ਵਸਦੇ ਹਿਰਦੇ ਦੀ ਪਛਾਣ ਕਰਨੀ ਸਾਡੀ ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਹਰ ਹਰ ਕਿਰਪਾ ਕਰੇ ਬਨ ਵਾਲੀ। ਇਸ ਬਨ ਵਾਲੀ ਪੰਕਤੀ ਦੇ ਕਿੰਨੇ ਕਰਤ ਕਰ ਲਵਾਂਗੇ, ਹਰੀ ਦੇ ਕਿੰਨੇ ਕਰ ਲਵਾਂਗੇ? ਮੁੜਨਾ ਹੀ ਪੈਣਾ ਪਿੱਛੇ ਨੂੰ। ਹਰ ਹਿਰਦੇ ਸਦਾ ਸਦਾ ਸੰਭਾਲੀ। ਸੰਭਾਲੀ ਯਾਦ ਕਰ ਹਰੀ ਨੂੰ ਹਿਰਦੇ ਵਿੱਚ। ਮੁੱਖੋਂ ਰਸਨਾ ਤੋਂ ਵੇਖੋ ਵੇਖੀ ਤੇ ਕਈ ਕਹਿ ਲੈਂਦੇ ਨੇ। ਸੋ ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿੰਨ ਪਾਇਆ। ਜਿਨ ਹਰ ਹਿਰਦੇ ਨਾਮ ਨ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਤਿਨ ਸੁਣੀ ਦੇਹ ਫਿਰੇ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਝਾ। ਕੱਖ ਪੱਲੇ ਨਹੀਂ ਰਹਿਣਾ ਜੇ ਹਿਰਦੇ 'ਚ ਨਹੀਂ ਵਸਿਆ। ਤੇ ਇਸ ਪ੍ਰਕਾਰ ਹੋਰ ਪ੍ਰਮਾਣ ਨੇ। ਰਸਨਾ ਤੋਂ ਤਾਂ ਕੋਈ ਨਾ ਕੋਈ ਕਹਿ ਹੀ ਲੈਂਦਾ, ਹਿਰਦੇ 'ਚ ਵਸਾਉਣਾ ਅਤੇ ਹਿਰਦਿਓਂ ਆਵਾਜ਼ ਉੱਠਣੀ। ਮਨ ਬਾਣੀ ਸਰੀਰ ਕਰਕੇ ਕਹਿਣਾ ਤੇ ਸੰਭਾਲੀ ਯਾਦ ਚੇਤੇ ਰੱਖਣਾ। ਹਰ ਹਰ ਨਾਮ ਜਪੋ ਮੇਰੇ ਜੀਅੜੇ। ਜਪ ਹਰ ਹਰ ਨਾਮ ਛਡਾਵੇ ਜੀਓ। ਜਪੋ ਜਪਣਾ ਕਰੋ, ਜਪਣੇ ਯੋਗ ਹੈ। ਪਾਪ ਜਪਤ ਹੋ ਜਾਣਗੇ, ਨੇੜੇ ਆਊਗਾ ਹੀ ਕੋਈ ਨਹੀਂ। ਮੇਰੇ ਜੀਅੜੇ, ਮੇਰੇ ਮਨ, ਮੇਰੇ ਹਿਰਦੇ ਆਪਣੇ 'ਤੇ ਟਿਕਾ ਕੇ ਸਾਨੂੰ ਸਿੱਖਿਆ ਦਿੰਦੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ।
ਜਪ ਮਨ ਬਾਣੀ ਸਰੀਰ ਕਰਕੇ ਹਾਰ ਹਾਰ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਛਡਾਵੈ ਜੀਓ। ਐਸ ਲੋਕ ਤੇ ਵੀ ਸਹਾਇਤਾ ਕਰੂ, ਪ੍ਰਲੋਕ ਵਿੱਚ ਵੀ ਜਮਾਂ ਦੀ ਮਾਰ ਤੋਂ ਛਡਾ ਲਓ, ਸਾਰਿਆਂ ਥਾਵਾਂ ਤੋਂ ਛਡਾ ਲਓ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ। ਅਗਨੀ ਉਧਰ ਮਾਹੇ, ਜਠ ਅਗਨੀ ਪੇਟ ਦੀ, ਪ੍ਰਤੱਖ ਅਗਨੀ ਬਲਦੀ ਵੇਖ ਲੈਂਦੇ ਐ। ਡਉ ਅਗਨੀ ਜੰਗਲਾਂ 'ਚ ਹੁੰਦੀ ਹੈ, ਅਤੇ ਬੜਵਾ ਅਗਨੀ ਸਮੁੰਦਰਾਂ 'ਚ ਹੁੰਦੀ ਹੈ। ਤੜਕ ਅਗਨੀ ਆਕਾਸ਼ ਵਿੱਚ ਹੁੰਦੀ ਹੈ, ਬਿਜਲੀ ਵਿੱਚੋਂ ਭਾਵ ਬੱਦਲ 'ਚੋਂ ਪੈਦਾ ਹੁੰਦੀ ਹੈ। ਜਠਰ ਅਗਨੀ, ਮਾਂ ਦੇ ਪੇਟ ਦੀ ਜਠਰ ਅਗਨੀ ਤੋਂ ਤੇਰੀ ਰੱਖਿਆ ਕੀਤੀ ਹੈ। ਹਰ ਸਿਮਰਨ ਤੂੰ ਨਾ ਜਲ ਹੈ, ਮਨ ਤਨ ਉਰ ਧਾਰ। ਬਿਖ ਮਥਾਨੋਂ ਜਨ ਦਿਨ ਰੱਖਿਆ, ਤੁਸੀਂ ਤੇਰੇ ਨਾਲ ਵਿਸਾਰ। ਇੰਨੇ ਕਠਿਨ ਔਖੇ ਥਾਂ ਤੋਂ ਰੱਖਿਆ, ਇਹ ਹੁਣ ਕਿਉਂ ਨਾ ਰੱਖੇਗਾ। ਛਡਾ ਲਓ ਤੈਨੂੰ ਸਾਰਿਆਂ ਥਾਵਾਂ ਤੋਂ ਸਹਾਇਤਾ ਕਰੂ। ਰਹਾਓ ਵਿਸਰਾਮ ਦਿੰਦੇ ਹੈ। ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਲ ਜਨ ਜਾਤੇ ਹਰ ਦੇਹੋ ਪਸਾਓ। ਸੁੱਖਾਂ ਦਾ ਸਾਗਰ, ਥੋੜ੍ਹਾ ਜਿਹਾ ਸੁੱਖ ਨਹੀਂ, ਮਾੜਾ ਜਿਹਾ ਸੁੱਖ ਨਹੀਂ, ਵਿਸ਼ੇ ਵਿਕਾਰਾਂ ਵਾਲਾ ਸੁੱਖ ਨਹੀਂ, ਨਸ਼ਿਆਂ ਵਾਲਾ ਸੁੱਖ ਨਹੀਂ। ਘੜੀ ਮੋਹਤ ਰੰਗ ਮਾਣੇ, ਫਿਰ ਬੌਰ ਬੌਰ ਪਛਤਾਵੇ, ਇਹ ਸੁੱਖ ਨਹੀਂ। ਸੁੱਖਾਂ ਦਾ ਸਾਗਰ ਅਮੁੱਕ ਸੁੱਖ, ਆ ਮਿਰਤ ਮੌਤ ਤੋਂ ਰਹਿਤ ਕਰਨ ਵਾਲਾ ਵੱਡਾ ਦੁੱਖ, ਤੇ ਮਰਨ ਦਾ ਨਾ ਉਤੋਂ ਰਹਿਤ ਕਰ ਦਓ। ਹੱਸ ਹੱਸ ਕੇ ਖੋਪੜੇ ਲਵਾ ਲੈਂਦੇ ਨੇ, ਹੱਸ ਹੱਸ ਕੇ ਕਹਿ ਕਹਿ ਕੇ ਸਰੀਰ ਦੇ ਜੋੜ ਬੰਦ ਬੰਦ ਵੱਖਰੇ ਕਰਵਾ ਲੈਂਦੇ ਨੇ। ਹੱਸ ਹੱਸ ਕੇ ਆਰਾ ਸਿਰ 'ਤੇ ਫਰਵਾ ਲੈਂਦੇ ਨੇ, ਅਤੇ ਬਾਣੀ ਫਿਰ ਵੀ ਪੜ੍ਹੀ ਜਾਂਦੀ ਹੈ। ਦੁੱਖ ਹੋਵੇ ਤਾਂ ਬਾਣੀ ਪੜ੍ਹੀ ਜਾਂਦੀ ਹੈ। ਮਤੀ ਦਾਸ ਬ੍ਰਾਹਮਣ ਮਤ ਵਿੱਚੋਂ ਗੁਰੂ ਕਾ ਸਿੱਖ ਬਣਿਆ ਸੀ। ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਥਮੀ ਪਰ ਹੋਏ ਦੋਏ ਫਾੜਾ। ਦੋਏ ਖੰਡ ਤੇ ਜਪਜੀ ਪੜ੍ਹੇ, ਹੇਰਤ ਸਭ ਕੇ ਆਚਰਜ ਵਧੇ। ਦੋਏ ਖੰਡ ਨਾ ਜੀਵਤ ਕੋਏ, ਇਹ ਤਾਂ ਪੜਤ ਜੀਵਤ ਜਿਵੇਂ ਖੋਏ। ਭੋਗ ਪਾਏ ਕੇ ਦੋਏ ਖੰਡ ਤੇ, ਗੁਰਪੁਰ ਗਇਓ ਪ੍ਰੇਮੀ ਮਨ ਤੇ ਗਵਾਹੀ ਭਰੀ ਹੈ ਕਵੀ ਸੰਤੋਖ ਸਿੰਘ ਜੀ ਨੇ। ਸਿਰ ਤੋਂ ਭਾਵ ਚੀਰਾ ਸ਼ੁਰੂ ਹੋ ਗਿਆ, ਤੇ ਦੋ ਫਾੜ ਹੋ ਕੇ ਧਰਤੀ 'ਤੇ ਡਿੱਗ ਪਿਆ। ਅਤੇ ਜਪਜੀ ਸਾਹਿਬ ਦੀ ਆਵਾਜ਼ ਉਵੇਂ ਆਈ ਗਈ ਹੈ, ਉਹ ਨਹੀਂ ਬੰਦ ਹੋਈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਨਾਨਕ 'ਤੇ ਰੁਕਣਾ ਪੈਂਦਾ ਵਿਸਰਾਮ ਲਾਉਣ ਲਈ। ਉਹ ਪੁਰਖ ਉਜਲੇ ਮੁਖ ਵਾਲੇ ਹੋ ਗਏ। ਇਕੱਲੇ ਕੀਤੀ ਛੁੱਟੀ ਨਾਲ ਉਹਨਾਂ ਆਪਣੇ ਨਾਲ ਹੋਰ ਵੀ ਛਡਾ ਲਈ, ਸਾਥੀਆਂ ਨੂੰ ਵੀ ਛਡਾ ਲਿਆ। ਇਸ ਪ੍ਰਕਾਰ ਸੁੱਖਾਂ ਦਾ ਸਾਗਰ ਹੈ, ਕਿੰਨੀ ਕੁ ਵਿਚਾਰ ਕਰ ਲਓਗੇ। ਅੰਮ੍ਰਿਤ ਹਰੀ ਪਰਮੇਸ਼ਰ ਦਾ ਨਾਮ ਹੈ। ਇਹ ਸਾਰੇ ਸੁੱਖ ਉੱਥੋਂ ਹੀ ਮਿਲਣੇ ਨੇ। ਮੰਗਤ ਜਨ ਜਾਚੈ ਹਰ ਦੇਹੋ ਪਸਾਓ। ਪਸਾਓ ਦਾਤ ਦੇਣ ਵਾਲਾ ਮੰਗਤੇ ਤੇ ਬੜੇ ਨੇ। ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੂ ਕੁਛ ਸਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਮੰਗਤੇ ਬਣੋ, ਤੇ ਮੰਗ ਵਿੱਚ ਪਰਮੇਸ਼ਰ ਦਾ ਨਾਮ ਮੰਗੋ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖਿ ਉਤਰੇ ਮਨ ਕੀ ਭੁੱਖ। ਕੀ ਮੈਂ ਮੰਗਾ ਕੋਈ ਵਸਤੂ ਥਿਰ ਰਹਿਣ ਵਾਲੀ ਨਹੀਂ। ਇੰਦਰ ਲੋਕ ਸਿਵ ਲੋਕੇ ਜੈਬੋ, ਪੁੱਛੇ ਤਪ ਕਰ ਬਾਹਰ ਐਬੋ। ਇਹ ਆਦਿਕ ਮੰਗਾਂ ਦੁਨੀਆ ਦੀਆਂ ਲੋਕਾਂ ਦੀਆਂ ਇੱਥੋਂ ਤੱਕ ਹੀ ਸੀਮਤ ਨੇ। ਸੋ ਭਗਤ ਕਬੀਰ ਜੀ ਦੇ ਵਚਨ, ਸ਼ਿਵ ਲੋਕ ਨੂੰ ਚਲੇ ਜਾਈਏ, ਇੰਦਰ ਲੋਕ ਨੂੰ ਚਲੇ ਜਾਈਏ, ਸਵਰਗਾਂ ਦੇ ਰਾਜੇ ਬਣ ਜਾਈਏ, ਫਿਰ ਬਾਹਰ ਹੀ ਆਉਣਾ ਪੈਣਾ। ਕਿਸੇ ਮੰਗ ਦੀ ਲੋੜ ਨਹੀਂ, ਪਰਮੇਸ਼ਰ ਦੇ ਨਾਮ ਦੇ ਮੰਗ ਦੀ ਲੋੜ ਹੈ। ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਹਿ ਚਲ ਨਹੀਂ ਰਹਿਣਾ। ਸਹਿਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਤਾਲਾ। ਕੀ ਮੰਗੋਗੇ? ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸਵਰਗਾਂ ਦਾ ਰਾਜ ਮੰਗੋਗੇ? ਫਿਰ ਵੀ ਕਾਲ ਹੀ ਹੈ, ਉੱਥੇ ਵੀ ਮੌਤ ਹੀ ਹੈ। ਨਹੀਂ ਇਹ ਮੰਗਾਂ ਮੰਗਣ ਦੀ ਲੋੜ, ਤੇ ਨਹੀਂ ਇਹਨਾਂ ਤੋਂ ਡਰਨ ਦੀ ਲੋੜ। ਪਸਾਓ ਕਿਰਪਾ ਕਰਕੇ ਬਖਸ਼ਾ ਕਰਦਾ ਹੈ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੇ ਜੀਓ। ਸਤ ਕੌਣ ਹੈ ਦੁਨੀਆ 'ਤੇ? ਰੰਭ 'ਚ ਬੇਨਤੀ ਕੀਤੀ ਹੈ। ਹਰੀ ਸਤ ਹੈ, ਸਦਾ ਹੀ ਸਤ ਹੈ। ਇੱਕ ਵਾਰੀ ਸਤ ਨਹੀਂ, ਪਹਿਲੇ ਵੀ ਸਤ, ਹੁਣ ਵੀ ਸਤ, ਅੱਗੇ ਵੀ ਸਤ। ਹਰ ਸਤ ਹਰੀ ਸਤ ਮੇਰੇ ਮਨ ਭਾਵੈ ਜੀਓ। ਮੇਰੇ ਮਨ 'ਚ ਤੇ ਉਹੀ ਭਾਉਂਦਾ ਜਿਹੜਾ ਸਤ ਰਹਿਣ ਵਾਲਾ, ਜਿਹੜਾ ਥਿਰ ਰਹਿਣ ਵਾਲਾ, ਜਿਹੜਾ ਜੰਮਣ ਮਰਨ ਵਾਲਾ ਨਹੀਂ, ਜਿਹੜਾ ਭੁੱਲਣ ਵਾਲਾ ਨਹੀਂ, ਜਿਹੜਾ ਡਰਨ ਵਾਲਾ ਨਹੀਂ, ਜਿਹੜਾ ਡਰਾਉਣ ਵਾਲਾ ਨਹੀਂ, ਜਿਹੜਾ ਵੈਰ ਨਹੀਂ ਕਰਦਾ। ਸਰਬ ਵਿਆਪੀ ਉਹ ਸਤ ਹੈ। ਉਸ ਤੋਂ ਬਿਨਾਂ ਬੰਦਾ ਕੋਈ ਸਤ ਨਹੀਂ। ਬਿਸ਼ਟਾ ਰਖਤ ਪਲੇਟੇ ਚਾਮ,
इस उपरले रखियो गुमान, बिश्ता गंद पिल लहू मिज हड्डियां चमड़ी दिया वलेटिया लोथड़ा, ये 7 है। करपूर पोह सुगंधा परसमदेह मलीण मजा रुद्र दुर्गंधा नान अथगृभेण मिज लहू दुर्गंधी। ये शरीर की अवस्था दसी गुरु साहिबां ने बाणी विच। कोई वस्तु सत नहीं, कोई पत्थर सत नहीं, कोई काश सत नहीं। कई बारी परलो होई तो गां होनी है। मेरे मन सत पाउंदा है, होर नहीं कोई पाउंदा। जिन्हां दी अखां खुल गईयां, जिन्हां ने सुन लिया, जिन्हां ने वेख लिया, वो कूड़ा इकट्ठा करते ही नहीं, सत नाल जुड़ते ने। नामी छिद्र सरवह अपवित्रा, बोल हर नाम पवित्र सब किता। शरीर इंद्र छिद्र गोलकां इंद्रे शरीरक, 2 अखां ने ते इन्हां च गिड्ड, 2 नासकां ने इन्हां च भी मैल, 2 कंन ने इन्हां च भी मैल, ते दंदां ते भी मैल, ते मल मूत्र वाले इंद्रे नवें छिद्र 2 सरबदे रहिंदे ने, सरमदे रहिंदे ने। किन्नी क नाती तोती कर लवेगा। नवें शोर स्रोत अपवित्र ने, सदा अपवित्र रहिंदे, पवित्र नहीं। पवित्र होण कि तरह। बोल हर नाम, गुरु रामदास कहते वाहिगुरु वाहिगुरु मूल मंत्र। बोल हर नाम, उस हरि दा नाम, काल पुरख दा नाम, किसी बंदे दा नाम नहीं। पवित्र सब किता, सब तेरा पवित्र हो जाऊ। जिथे जिस तक आवाज पो उस तक पवित्र हो जाऊ। सुपने हूँ बरड़ाए कै, जह मुख निकसे राम, देही किसकी बापरी, पवित्र होएगो ग्राम। बपड़ी विचारी कला शरीर की, सारा नगर ग्राम ही पवित्र हो जाऊ। जे हार सो प्रसन्न होवै, मेरा स्वामी हर सिमरत मल लह जावे जियो। जिस ते हरि मेरा स्वामी मालक प्रसन्न हो जावे, खुश हो जावे, वो मेरा मार्ग करता पुरख। हर सिमरत हरि दा सिमरन, वाहिगुरु वाहिगुरु सिमरन, ਉਹਦੀਆਂ ਸਾਰੀਆਂ ਹੀ ਮੈਲਾਂ ਲਹਿ ਜਾਂਦੀਆਂ ਨੇ, ਦੂਰ ਹੋ ਜਾਂਦੇ, ਪਾਪ ਖਤਮ ਹੋ ਜਾਂਦੇ ਨੇ। ਮਾਇਆ ਮੋਹ ਬਿਖਮ ਹੈ ਭਾਰੀ, ਬਿਖਮ ਕਠਣ ਤੇ ਔਖਾ। ਮਾਇਆ ਦਾ ਮੋਹ ਛੱਡਣਾ। ਹੰਸ ਉੱਡਿਓ ਤਨ ਗਾਡਿਓ, ਸੋ ਜਾਈ ਸੈਨਾਹਾ, ਅਜੂ ਜਿਉ ਨ ਛੋਡਈ ਰੰਕਾਈ ਨੈਨਾਹ। माया का मोह बड़ा बिखम कठिन है, भारी है, भारी दुख है। सो क्यों तरिए सग दुत्र संसदुत्र, कठिन औखा तरन वाला संसार सागर प्रतख सागर। क्यों तरिए, किस तरह तरिया जावे। कोई बेड़ी होवे, कोई तुल्हा होवे, कोई जहाज होवे, ते ना बाणी दी बेड़ी है संसार सागर तरन लई। ते जे नहीं ग्रहण करनी ते गाल च पत्थर पा ले, सिर ते भारी पंड रख लई, तो फिर की होवेगा। फिर डुब जावेगा, तो गोते खावेगा, तो मर जावेगा। विकार पाथर गले बांधे, निंद पोड़ सराए, महासागर समुंद लंघना, पार न परना जाए। क्यों तरिए, कितना तरिए दुत्र, कठिन औखा संसार तरना सागर। सतगुर बोहित दे प्रभ साचा, जब हर हर नाम हर पार लंघावे जियो। बोहित जहाज परमेश्वर दे नाम रूपी सच्चा सतगुरु महाराज सब देवे, तो नाम जप जप के। बड़े तरे ने, एक तरे ने, बेअंत तरे ने। ये नहीं भी असी नहीं तरे तो फिर गलत होवेगा। नदियाँ ने वेल दिता, नेड़े होके नीवियाँ होके वग गईयां, बड़ियां साखियां ने हर हर पार लंघावे। मुक्ति रूप किनारे ते लंघा दिंदा है। सो हरी हरी परमेश्वर कृपा करके पार लंघावे जियो। तू सर्वत्र तेरा सब कोई, जो तू कर है सोई प्रभ होई। सर्वत्र सारी थाई रविया होया मिलिया होया, तेरा सब कोई तेरा ही है। तू उन्हां का तेरे ओहे, कृपा कर देवे ते दवै दूजापना मुक जावे, खत्म हो जावे। छड़ दिओ वंडां सरीरक लिबास दियां, छड़ दिओ वंडां रब दियां, ताथों पाईयां नहीं जाणियां। मूर्ख तो महामूर्ख घोर मूर्ख होणगे। जिहड़ा अवतार पैगंबर आया, जदों आया सारिਆਂ वास्ते आया। क्यों लड़ी जाते हो। तू सर्वत्र सारी थाई, तेरा सब को तेरा ही बनाया। तू उन्हां दा तेरे हो। जो तू कर है सोई प्रभु होई, जो तू करदा है सोई प्रभु हो रहा है। जन नानक गुण गावे बेचारा, हर भावै हर थाई पावै जियो। तन जन नानक चौथे स्वरूप, सोढ़ी पातशाह गुरु नानक चौथे नानक
ਗੁਣ ਗਾਵੈ। ਜਿਹੜਾ ਵਿਚਾਰਾ ਗੁਣ ਗਾ ਲਊ, ਜਿਹੜਾ ਸੁਣ ਲਊ ਕਿਸੇ ਮੱਤ ਵਾਲਾ, ਕਿਤੇ ਬਹਿ ਕੇ ਕਿਸੇ ਉਮਰ ਦੇ ਹਿੱਸੇ 'ਚ ਹਰ ਗਾਵੈ ਹਰੀ ਨੂੰ ਭਾ ਜਾਵੇਗਾ। ਹਰ ਥਾਂਏ ਪਾਵੈ ਜੀਓ, ਸਰੂਪ ਰੂਪੀ ਥਾਂ 'ਚ ਪਾ ਕੇ ਦੂਜਾ ਪੀੜਾ ਮੇਟ ਕੇ ਆਪਣੇ ਵਿੱਚ ਅਭੇਦ ਕਰ ਲਊ। ਉਸ ਨੂੰ ਕਰਤਾ ਪੁਰਖ ਕੋਈ ਵੰਡ ਨਹੀਂ ਪਾਈ। ਮਹਾਰਾਜ ਸਾਹਿਬ ਜੀ ਨੇ ਗੁਰੂ ਕੀ ਬਾਣੀ ਤੇਰੀ ਸਾਂਝੀ ਹੈ। ਇਹ ਯਤਨ ਵੀਰ ਪ੍ਰੀਤ ਰੋੜੀਆਂ ਵਾਲੇ ਹਰਿੰਦਰ ਸਿੰਘ ਦਾ ਜਿਹੜਾ ਰਿਕਾਰਡ ਕਰੀ ਜਾਂਦਾ ਹੈ। ਅੱਜ ਤੋਂ ਕਥਾ ਲੈਬ ਸ਼ੁਰੂ ਹੋਈ ਹੈ ਅਤੇ ਬਹੁਤਾ ਯਤਨ ਸੋ ਪ੍ਰਦੇਸ਼ ਵਿੱਚ ਵਸਦੇ ਕੈਨੇਡਾ ਵਿੱਚ ਐਡਮਿੰਟਨ ਸ਼ਹਿਰ ਵੀਰ ਅਵਤਾਰ ਸਿੰਘ ਦੇ ਉਹਨਾਂ ਦੇ ਸਾਥੀਆਂ ਦਾ ਅਤੇ ਬਹੁਤੀ ਕਿਰਪਾ ਅਕਾਲ ਪੁਰਖ ਗੁਰੂ ਰਾਮਦਾਸ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਅਤੇ ਫਿਰ ਇਸ ਗੁਰਦੁਆਰੇ ਨੂੰ ਭਾਗ ਮਹਾਰਾਜ ਸਾਹਿਬ ਜੀ ਨੇ ਲਾਏ ਨੇ, ਜੋ ਸਿੰਘ ਸਭਾ ਕਾਦੀਆਂ ਕਾਹਨੂੰਵਾਨ ਰੋਡ 'ਤੇ ਹੈ। ਭਾਗਾਂ ਵਾਲੇ ਹੋ। ਸੋ ਇਹ ਗੁਰਮੁਖਾਂ ਦਾ ਯਤਨ ਹੈ, ਮਹਾਰਾਜ ਸਾਹਿਬ ਸਫਲ ਕਰ ਰਹੇ ਨੇ। ਦਾਸ ਵਿਚਾਰਾ ਤਾਂ ਕਾਠ ਕੀ ਪੁੱਤਰੀ, ਕਹਾਂ ਕਰੇ ਬਪਰੀ, ਖਿਲਾਵਣ ਹਾਰੋ ਜਾਣੈ। ਜੈਸੋ ਭੇਖ ਕਰਾਵੇ ਬਾਜੀਗਰੋ, ਤੈਸੋ ਹੀ ਸਾਜ ਆਨੈ। ਨੱਕ ਨੱਥ ਖਸਮ ਹੱਥ ਕਿਰ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇੰਨੀਆਂ ਪੰਕਤੀਆਂ ਸਵੀਕਾਰ ਕਰਦੇ ਹੋਏ ਰੋਜ਼ ਦੀ ਤਰ੍ਹਾਂ ਰਸਨਾ ਅਤੇ ਕੰਨਾਂ ਨੂੰ ਸਫਲੇ ਬਣਾਉਂਦੇ ਹੋਏ ਕਹੋ ਸਤਨਾਮ ਵਾਹਿਗੁਰੂ। ਸਤਨਾਮ ਵਾਹਿ ਸਤਨਾਮ ਵਾਹਿਗੁਰੂ। ਸਤਨਾਮ ਵਾਹਿ ਸਤਨਾਮ ਵਾਹਿਗੁਰੂ।